ਬਾਂਠੀ ਦੀ ਨੂਰਾਂ ਮੂੰਹ ਵੱਲ ਮਹਿਸਮ ਸ਼ਰੀਫ। ਗੁਜਰਾਤ ਦੇ ਬੱਸ ਸਟੈਂਡ ਤੋਂ ਜਿੱਥੋਂ ਕੋਟਲਾ ਪਿੰਬਰ ਦੀਆਂ ਵੈਗਨਾਂ ਚੱਲਦੀਆਂ ਨੇ, ਮੈਂ ਆਪਣੇ ਨੰਬਰ ਦੀ ਵੈਗਨ ਵਿੱਚ ਬੈਠਾ ਕੰਡਕਟਰ ਨੂੰ ਕਹਿਣ ਡਿਆ ਸੀ ਕਿ ਮੈਨੂੰ ਬਾਨੋਤੇ ਦਾ ਟਿਕਟ ਕੱਟ ਦੇਵੇ। ਉਹ ਸਿਰ ਖੁਰਕਣ ਲੱਗ ਪਿਆ ਕਿ ਬਾਨੋਤਾ ਕਿੱਥੇ ਵੇ। ਮਹਿਸਮ ਤੋਂ ਉਰਾਂ ਰੋਡ ਦੇ ਸੱਜੇ ਪਾਸੇ ਜਿੱਥੇ ਮਿਡਲ ਸਕੂਲ ਹੈ। ਹਾਲੇ ਵੀ ਉਹਨੂੰ ਸਮਝ ਨਾ ਲੱਗੀ ਕਿ ਮੈਂ ਕਿਹੜੇ ਬਾਨੋਤੇ ਦੀ ਗੱਲ ਪਿਆ ਕਰਦਾ। ਉਹੀ ਜਿੱਥੇ ਫੌਜੀ ਠਹਿਰੇ ਨੇ। ਇਹ ਭਾਈ ਹੋਰਾਂ ਨੇ ਬਾਮਤੀ ਜਾਣਾ ਹੈ, ਸਵਾਰੀਆਂ 'ਚੋਂ ਕੋਈ ਬੋਲਿਆ। ਬਾਂਠੀ ਦੇ ਨਾਲ ਬਾਮਤਾ, ਮੂੰਹ ਵੱਲ ਮਹਿਸਮ ਸ਼ਰੀਫ ਤੇ ਰੋਡ ਤੋਂ ਉਰਾਂ ਸੱਜੇ ਪਾਸੇ ਬਾਮਤਾ ਤੇ ਖੱਬੇ ਪਾਸੇ ਬਾਂਠ। ਗੱਲ ਹੁਣ ਕੁਝ ਪੁਰਾਣੀ ਹੋ ਚੱਲੀ ਹੈ। ਸੰਨ 2001 ਦਾ ਵਾਕਿਆ ਹੈ। ਸਦੀ ਨਵੀਂ ਚੜ੍ਹੀ ਸੀ ਤੇ ਸਾਲ ਵੀ ਨਵਾਂ ਸੀ ਜਦੋਂ ਸਾਡੀ ਫੌਜੀ ਜੰਤਰੀ ਤੇ ਜੰਗ ਦਾ ਘੁੱਗੂ ਬੋਲ ਪਿਆ। ਕਾਰਗਿਲ ਹਾਲੇ ਕੱਲ੍ਹ ਦੀ ਗੱਲ ਸੀ, ਪਰ ਐਤਕੀਂ ਸ਼ੋਧਾਪਨ ਕਰਨ ਦੀ ਸਾਡੇ ਹਮਸਾਏ ਦੀ ਵਾਰੀ ਸੀ। ਹੁਣ ਖਬਰੇ ਇਹ ਅਟਲ ਬਿਹਾਰੀ ਵਾਜਪਾਈ ਦੀ ਧੌਣ ਦਾ ਸਰੀਆ ਸੀ ਕਿ ਹਿੰਦੁਸਤਾਨੀ ਮੀਡੀਆ ਦੀ ਫੈਲਾਈ ਸਨਸਨੀ ਕਿ ਦੋਵੇਂ ਪਾਸੇ ਦੀਆਂ ਫੌਜਾਂ ਇੱਕ ਵਾਰੀ ਫੇਰ ਬਾਰਡਰ ਵੱਲ ਟੁਰ ਪਈਆਂ। ਅਸੀਂ ਵੀ ਲਾਮ ਜਾਣ ਵਾਸਤੇ ਸਮਿਆਨ ਬੰਨ੍ਹ ਲਿਆ ਤੇ ਟਲ ਦੀ ਛਾਉਣੀ ਦੇ ਰੁੱਖਾਂ ਦੇ ਪੱਤ ਲੂਸ ਗਏ। ਦੇਵਰ, ਜੇਠ, ਘਰਵਾਲਾ ਲਾਮ ਗਏ ਤਿੰਨੋਂ ਗੱਭਰੂ, ਵੇਖ ਪਤ ਬਰਛਾਂ ਦੇ ਲੂਸੇ ਸੂਆਂ ਜੰਗ ਦੀਆਂ। ਅਸੀਂ ਇਹ ਕਹਿ ਕੇ ਦਿਲ ਨੂੰ ਤਸੱਲੀ ਦਿੱਤੀ ਕਿ ਦੋ ਜੌਹਰੀ ਤਾਕਤਾਂ ਵਿੱਚ ਜੰਗ ਛਿੜਨੀ ਮੁਸ਼ਕਿਲ ਹੈ। ਇਹ ਬਸ ਜੰਗ ਦਾ ਡਰਾਵਾ ਹੀ ਹੋਣਾ ਹੈ। ਪਰ ਜਦੋਂ ਬਾਰਡਰ ਵੱਲ ਜਾਂਦੇ ਰਾਤ ਦੀ ਰਾਤ ਸਰਗੋਦੇ ਛਾਵਨੀ ਵਿੱਚ ਰੁਕੇ ਅਫਸਰਾਂ ਨੂੰ ਕਰਨਲ ਪੱਟੀ ਇਹ ਕਹਿ ਕੇ ਸਨਮਾ ਲੈ ਗਏ ਕਿ ਕੱਲ੍ਹ ਦਾ ਕੀ ਪਤਾ, ਜਿਉਂਦੇ ਰਹੀਏ ਭਾਵੇਂ ਮਰ ਜਾਈਏ, ਅੱਜ ਦੀ ਰਾਤ ਫਿਲਮ ਤਾਂ ਵੇਖੀਏ। ਉਤੋਂ ਅਗਲੇ ਹੀ ਦਿਨ ਦੌਲਤਾ ਨਗਰ ਦੇ ਨੇੜੇ ਸ਼ਾਮਿਆਨੇ ਥੱਲੇ ਯੂਨਿਟ ਦੇ ਅਫਸਰਾਂ ਦੇ ਨਾਲ ਪਕੌੜੇ ਜਲੇਬੀਆਂ ਖਾਂਦੇ ਕੋਰ ਕਮਾਂਡਰ ਨੇ ਇੱਕ ਜੋਸ਼ੀਲੀ ਤਕਰੀਰ ਕਰਕੇ ਜਵਾਨਾਂ ਤੋਂ ਨਾਅਰਾ ਤਕਬੀਰ ਲਵਾ ਦਿੱਤਾ ਤੇ ਇੱਕ ਵਾਰੀ ਸਾਨੂੰ ਵੀ ਲੱਗਿਆ ਕਿ ਗੱਲ ਵੱਧ ਗਈ ਹੈ ਮੁਖਤਾਰਿਆ। ਫਿਰ ਸਾਰਕ ਮੁਲਕਾਂ ਦੀ ਕਾਨਫਰੰਸ ਵਿੱਚ ਇਕੱਠੇ ਹੋਏ ਜਦੋਂ ਆਨ ਜਹਾਨੀ ਪਰਵੇਜ਼ ਮੁਸ਼ਰਫ ਨੇ ਅਟਲ ਜੀ ਦੇ ਨਾਲ ਅੱਗੇ ਵੱਧ ਕੇ ਸੁੱਟ ਪੰਜਾ ਕਰ ਲਿਆ ਤੇ ਜੰਗ ਦੇ ਬੱਦਲ ਵੀ ਛਟ ਗਏ। ਜੰਗ ਨੇ ਨਾ ਹੋਣਾ ਸੀ ਨਾ ਹੋਈ, ਪਰ ਛਾਉਣੀਆਂ ਤੋਂ ਹਿਜਰਤ ਕਰਕੇ ਬਾਰਡਰ ਤੇ ਆਈਆਂ ਫੌਜਾਂ ਨੂੰ ਟ੍ਰੇਨਿੰਗ ਦੀ ਬਦਦੁਆ ਲੱਗ ਗਈ। ਸੱਜਣੋ ਤੇ ਮਿੱਤਰੋ, ਜੰਗ ਟਲ ਜਾਵੇ ਤੇ ਫੌਜ ਦੀ ਟ੍ਰੇਨਿੰਗ ਟਰੱਕ ਦੀ ਬੱਤੀ ਦੇ ਮਗਰ ਲਾ ਛੱਡਦੀ ਏ। ਸਾਡੀ ਵਾਟ ਲੰਮੇਰੀ ਦੁੱਖ ਦੀ, ਸਾਡੇ ਉਮਰੋਂ ਲੰਮੇ ਰੋਗ। ਜਿੱਥੇ ਮੁਨੱਵਰ ਵਾਲੀ ਤਵੀ ਤੇ ਪਾਣੀ ਸੋਨੀ ਦੇ ਚਨਾਹ ਨੂੰ ਮਿਲਦੇ ਨੇ ਤੇ ਜਿੱਥੇ ਹੱਡਮਰਾਲਾ ਹੈ, ਉੱਥੋਂ ਉਰਾਂ ਪੇਰੋ ਸ਼ਾਹ ਤੇ JPJ ਯਾਨੀ ਜਲਾਲਪੁਰ ਜੱਟਾਂ ਦੀਆਂ ਜ਼ਮੀਨਾਂ ਲੰਘ ਕੇ ਦੌਲਤਾ ਨਗਰ ਦੇ ਗਵਾਂਢ ਪੱਧਰ ਤੇ ਭਿੰਬਰ ਨਾਲੇ ਦੇ ਵਿਚਕਾਰ ਦੀ ਰੇਤਲੀ ਜ਼ਮੀਨ ਉੱਤੇ ਟਲ ਤੋਂ ਚੱਲੇ ਜਵਾਨ ਜੰਗ ਦੇ ਹੜ੍ਹ ਤੋਂ ਬਚੇ ਤੇ ਟ੍ਰੇਨਿੰਗ ਦੇ ਪਾਣੀਆਂ ਵਿੱਚ ਰੁੜ ਗਏ। ਤੂੰ ਇੰਜ ਮਿਲਿਆ ਕਰਨੀ ਜਿਵੇਂ ਪਾਣੀ ਮਿਲਦੇ ਨੇ। ਗੁਜਰਾਤ ਦੇ ਬੱਸ ਸਟੈਂਡ ਤੋਂ ਜਿੱਥੋਂ ਕੋਟਲਾ ਪਿੰਬਰ ਦੀਆਂ ਵੈਗਨਾਂ ਚੱਲਦੀਆਂ ਨੇ, ਵੈਗਨ ਵਿੱਚ ਬੈਠਾ ਕਪਤਾਨ ਜਿਸ ਥਾਂ ਨੂੰ ਬਾਨੋਤਾ ਕਹਿ ਕੇ ਟਿਕਟ ਮੰਗਦਾ ਸੀ, ਹੁਣ ਕਈ ਮਹੀਨਿਆਂ ਦੀ ਟ੍ਰੇਨਿੰਗ ਨੇ ਉਹਦਾ ਨਾਂ ਬਾਮਤਾ ਪੱਕਾ ਕਰਾ ਛੱਡਿਆ ਸੀ। ਉਹੀ ਬਾਮਤਾ ਜਿਹੜਾ ਕੋਟਲਾ ਪਿੰਬਰ ਰੋਡ ਤੋਂ ਥੋੜ੍ਹਾ ਉਤਰ ਕੇ ਮਹਿਸਮ ਨੂੰ ਜਾਂਦੀ ਸੜਕ 'ਤੇ ਆਉਂਦਾ ਹੈ। ਮੂੰਹ ਵੱਲ ਮਹਿਸਮ ਸ਼ਰੀਫ, ਸੱਜੇ ਪਾਸੇ ਬਾਮਤਾ ਤੇ ਖੱਬੇ ਪਾਸੇ ਬਾਂਠ, ਸੱਜੇ ਪਾਸੇ ਤੰਬੂ ਕਨਾਤਾਂ ਤੇ ਖੱਬੇ ਪਾਸੇ ਮੋਰਚੇ, ਸੱਜੇ ਪਾਸੇ ਰਿਹਾਇਸ਼ ਤੇ ਖੱਬੇ ਪਾਸੇ ਟ੍ਰੇਨਿੰਗ। ਤੇ ਫਿਰ ਕੁਝ ਇਵੇਂ ਹੋਇਆ ਕਿ ਰਾਤੀਂ ਗਾਰਡ ਡਿਊਟੀਆਂ ਚੈੱਕ ਕਰਦੇ, ਸਵੇਰੇ ਜਵਾਨਾਂ ਦੇ ਲੰਗਰ ਤੋਂ ਚਾਹ ਪੂਰੀਆਂ ਛਕਦੇ, ਫੀਲਡ ਟੈਲੀਫੋਨ ਖੜਕਾਉਂਦੇ, ਫਾਈਲਾਂ ਦੇ ਪੱਤਰ ਕਾਲੇ ਕਰਦੇ, ਢਲਦੀਆਂ ਦੁਪਹਿਰਾਂ ਕ੍ਰਿਕਟ ਤੇ ਵਾਲੀਬਾਲ ਖੇਲ ਕੇ ਹੰਡਾਉਂਦੇ ਤੇ ਸ਼ਾਮੀ ਫੀਲਡ ਮੈਸ ਵਿੱਚ ਪੰਜਾਬੀ ਥੀਏਟਰ ਦਾ ਸੁੱਤਾ ਪੱਟੀ ਜਗਾਉਂਦੇ। ਚਿੜੀ ਛੱਕੇ ਦੀ ਥਕਾ ਕੇ ਮਾਰ ਦੇਵਣ ਵਾਲੀ ਛੁੱਟੀ ਤੋਂ ਮਗਰੋਂ ਨਲਕੇ ਦੇ ਠੰਡੇ ਠਾਰ ਪਾਣੀ ਵਿੱਚ ਲੱਗੇ ਅੰਬ ਚੂਪਦੇ, ਪੀਰ ਗੋਗੜ ਸ਼ਾਹ ਦੇ ਦਰਬਾਰ ਦੇ ਬੋਰ ਦੀ ਛਾਂ ਥੱਲੇ ਹਾਜੀ ਮੁਹੰਮਦ ਆਲਮ ਲੋਹਾਰ ਦੀ ਗਾਈ ਸੈਫੁਲ ਮਲੂਕ ਸੁਣਦੇ। ਆਂਢ ਗਵਾਂਢ ਦੇ ਪਿੰਡਾਂ ਦੇ ਰਾਹ 'ਤੇ ਆਉਂਦੇ ਜਾਂਦੇ ਟਲਦੇ ਪਰਦੇਸੀ ਕਪਤਾਨ ਦਾ ਦਿਲ ਵੀ ਬਾਮਤਾ ਬਾਂਠੀ 'ਤੇ ਆ ਹੀ ਗਿਆ। ਪਰ ਉੱਥੇ ਇੱਕ ਸਥਾਨ ਹੋਰ ਵੀ ਸੀ ਜਿਹਦੀ ਗੰਢ ਇਸ ਦਿਲ ਵਿੱਚ ਪੈ ਗਈ ਸੀ। ਬਾਮਤੇ ਦੇ ਮੈਸ ਤੋਂ ਟ੍ਰੇਨਿੰਗ ਏਰੀਆ ਵੱਲ ਜਾਂਦੇ, ਜਿੱਥੇ ਸੜਕ ਪੀਰ ਗੋਗੜ ਸ਼ਾਹ ਦੇ ਦਰਬਾਰ ਦੇ ਨਾਲ ਖਹਿ ਕੇ ਲੰਘਦੀ ਏ, ਉੱਥੇ ਅੱਗੇ ਕਰਕੇ ਬਾਮਤਾ ਬਾਂਠੀ ਦਾ ਸਾਂਝਾ ਕਬਰਸਤਾਨ ਸੀ। ਬਾਕੀ ਕਬਰਾਂ ਤੋਂ ਹਟ ਕੇ ਸੜਕ ਵੱਲ ਇੱਕ ਇਕੱਲੀ ਕਬਰ ਆਉਂਦੇ ਜਾਂਦੇ ਨਜ਼ਰ ਪੈਂਦੀ ਸੀ। ਬਾਂਠ ਦੀ ਇੱਕ ਜਵਾਨ ਕੁੜੀ ਉੱਥੇ ਸੁੱਤੀ ਸੀ।
ਬਾਂਠ ਦੀ ਉਸ ਕਬਰ ਦੇ ਕਤਬੇ ਤੇ ਦੁਖਤਰ ਦਾ ਸਰਨਾਮਾ ਦੱਸਦਾ ਸੀ ਕਿ ਕੱਚੀ ਉਮਰੇ ਹੀ ਸਾਵਾਂ ਦੀ ਜੰਝ ਦਾ ਲਾੜਾ ਰੁੱਸ ਗਿਆ ਸੀ। ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ, ਜੋਬਨ ਰੁੱਤੇ ਆਸ਼ਿਕ ਮਰਦੇ ਜਾਂ ਕੋਈ ਕਰਮਾਂ ਵਾਲਾ। ਟਲ ਦਾ ਇੱਕ ਕਪਤਾਨ ਜਦੋਂ ਬਾਮਤੇ ਵਿੱਚ ਤੰਬੂ ਤਾਨ ਰਹਿੰਦਾ ਸੀ ਤੇ ਆਉਂਦੇ ਜਾਂਦੇ ਬਾਮਤਾ ਬਾਂਠੀ ਦੇ ਸਾਂਝੇ ਕਬਰਸਤਾਨ ਵਿੱਚ ਇੱਕ ਕਬਰ ਦੇ ਬਲਦੇ ਦੀਵੇ ਤੇ 2 ਹਰਫ ਦੁਆ ਦੇ ਖਿਲਾਰ ਛੱਡਦਾ ਸੀ। ਹੁੰਦੇ ਹੁੰਦਿਆਂ ਇਹ ਵੀ ਦਿਨ ਰਾਤ ਦੇ ਬਾਕੀ ਕੰਮਾਂ ਕਾਰਾਂ ਦੀ ਤਰ੍ਹਾਂ ਇੱਕ ਰੂਟੀਨ ਬਣ ਗਈ। ਫਿਰ ਟ੍ਰੇਨਿੰਗ ਮੁੱਕ ਗਈ ਤੇ ਤੰਬੂ ਕਨਾਤਾਂ ਵੀ ਪੱਟੇ ਗਏ ਤੇ ਜਿਸ ਤਰ੍ਹਾਂ ਪਰਦੇਸੀਆਂ ਦੀ ਰੀਤ ਹੈ, ਟਲ ਦਾ ਕਪਤਾਨ ਰੈਜੀਮੈਂਟ ਦੀ ਨਫਰੀ ਦੇ ਨਾਲ ਵਾਪਸ ਅੱਪੜ ਗਿਆ। ਜਾਂਦੇ ਜਾਂਦੇ ਇੱਕ ਆਖਰੀ ਵਾਰ ਦੁਆ ਕਰਨਾ ਉਧਾਰਾ ਰਹਿ ਗਿਆ। ਸਾਡੇ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ ਇੱਕ ਨੂਰਾਂ ਸੀ। ਭੂਰੇ ਕੇਸ ਤੇ ਮੁਖੜੇ ਦੇ ਤਿਲ ਵਾਲੀ ਨੂਰਾਂ, ਬਰਫ਼ ਨਾਲੋਂ ਸਫੈਦ ਜਿਸਮ ਪਰ ਰਾਤ ਨਾਲੋਂ ਸਿਆਹ ਲੇਖਾਂ ਵਾਲੀ ਨੂਰਾਂ। ਜਿਸ ਨੂੰ ਦਿਲ ਦਾ ਮਾਸ ਚਾਰਦੀ ਰਹੀ, ਉਹ ਐਨ ਜਵਾਨੀ ਦਾਗਾ ਦੇ ਕੇ ਟੁਰ ਗਿਆ ਤੇ ਸਾਡੀ ਨੂਰਾਂ ਵੀ ਦਿਲ ਦੀ ਸਿਆਹ ਹੋ ਗਈ। ਆਖ ਦੇਨੇ ਵਿੱਚ ਜਵਾਨੀ ਗਿਰ ਜੋ, ਨਿਤ ਨਵਾਂ ਦਿਲ ਮਾਰ ਕੇ ਖਾਇਆ ਕਰੇ। ਕੱਟ ਦੀ ਇੱਕ ਰਾਤ ਉਹ ਜਿਸ ਆਲਣੇ, ਉਮਰ ਭਰ ਪੰਛੀ ਉਹ ਕੁਰਲਾਇਆ ਕਰੇ। ਪਰ ਨਾ ਸੀਨੇ ਦੀ ਪੀੜ ਘਟੀ ਤੇ ਨਾ ਹੀ ਹੰਝੂਆਂ ਨੇ ਕੋਈ ਤਰਸ ਖਾਦਾ। ਬਾਮਤੇ ਤੋਂ ਪਰਤੇ ਟਲ ਦੇ ਖਦਮਖਤੀ ਛਾਂ ਵਿੱਚ ਇਕੱਲੇ ਫਿਰਦੇ ਕਪਤਾਨ ਨੂੰ ਹਿਜਰਾਂ ਦੇ ਸੂਤ ਕੱਤਦੀ ਤੇ ਯਾਦਾਂ ਦੇ ਗਾਹ ਗਾਂਦੀ ਸ਼ਿਵ ਦੀ ਨੂਰਾਂ ਕਰਕੇ ਬਾਂਠੀ ਦੀ ਨੂਰਾਂ ਚੇਤੇ ਰਹੀ ਕਿ ਦੁਆ ਦੇ 2 ਸ਼ਬਦਾਂ ਦਾ ਉਧਾਰ ਉਹਦੇ ਦਿਲ ਉੱਤੇ ਸੀ। ਜ਼ਿੰਦਗੀ ਨੇ ਫਿਰ ਕਈ ਵਰਕ ਪਲਟੇ, ਟਲ ਤੋਂ ਕੋਇਟਾ, ਸਿਆਚਨ, ਨੁਸ਼ਹਿਰਾ, ਮਗਰੋਂ ਖਾਰੀਆਂ ਤੇ ਉਸ ਤੋਂ ਬਾਅਦ ਕਾਕੂਲ ਵਿੱਚ ਐਬਟਾਬਾਦ। ਪਰ ਟਿੱਬਿਆਂ ਤੋਂ ਪਾਰ ਗੁਜਰਾਤ ਦੀਆਂ ਜ਼ਮੀਨਾਂ ਵਿੱਚ, ਜਿੱਥੇ ਦੁਆ ਦੇ 2 ਬੋਲ ਸਾਡੇ ਕਪਤਾਨ ਤੇ ਉਧਾਰ ਸਨ, ਕੋਈ ਖਬਰ ਨਾ ਆਈ ਕਿ ਬਾਂਠੀ ਦੀ ਉਸ ਢੇਰੀ ਉੱਤੇ ਉਹ ਦੀਵਾ ਅਜੇ ਤੀਕ ਬਲਦਾ ਹੈ ਕਿ ਨਹੀਂ। ਆਖਦੇ ਨੇ ਅੱਜ ਵੀ ਕੋਹਕਾਫ ਤੋਂ ਨਹਾਉਣ ਆਵੇ ਰੋਜ਼ ਇੱਕ ਪਰੀਆਂ ਦੀ ਡਾਰ, ਬਾਲਦੀ ਉਸ ਕਬਰ ਤੇ ਉਹ ਨਿਤ ਦੀਆ, ਰੋਂਦੀ ਰਹਿੰਦੀ ਰਾਤ ਦਿਨ ਜ਼ੁਲਫਾਂ ਖਲਾਰ। ਉਸ ਰਾਹੇ ਜੋ ਵੀ ਰਾਹੀ ਲੰਘਦਾ, ਚੱਲਿਆਂ ਵੱਤ ਪੁੱਛਦੀ ਉਸਨੂੰ ਖਲਾਰ। ਡਿੱਠਾ ਜੇ ਕਿਤੇ ਮੇਰਾ ਬੋਦੀਆਂ ਵਾਲੜਾ, ਨੀਲੇ ਨੈਣਾ ਵਾਲੜਾ ਕਿਤੇ ਉਹਦਾ ਯਾਰ। ਆਖਦੇ ਨੇ ਸਾਲ ਕਈ ਹੁੰਦੇ ਚਲੇ, ਉਦਾਂ ਅੱਜ ਤੀਕ ਉਹ ਦੀਵਾ ਬਲੇ। ਕਈ ਵਰਿਆਂ ਮਗਰੋਂ ਜਦ ਮੈਂ ਪਾਕਿਸਤਾਨ ਪਰਤਿਆ ਤੇ ਦਿਲ ਦੇ ਨਕਸ਼ੇ ਤੇ ਬੜੇ ਥਾਂ ਮਕਾਮ ਸੀ ਜਿਨ੍ਹਾਂ ਦੀ ਯਾਤਰਾ ਹਾਲੇ ਤੀਕ ਉਧਾਰ ਸੀ। ਇਸਲਾਮਾਬਾਦ ਤੋਂ ਸਿਆਲਕੋਟ ਦੇ ਰਾਹ ਉੱਤੇ ਪਰਵੇਜ਼ ਮੇਰੇ ਨਾਲ ਸੀ ਜਦ ਅਸੀਂ ਲਾਲੇ ਆਲਮ ਲੋਹਾਰ ਦੇ ਮਜ਼ਾਰ ਵਾਲੇ ਲਾਲੇ ਮੂਸੇ ਦੇ ਨੇੜੇ ਖਵਾਸਪੁਰ ਰੁਕੇ। ਡੀਗਰ ਵੇਲਾ ਸੀ ਜਦੋਂ ਅਸਰ ਦੀ ਨਮਾਜ਼ ਪੜ੍ਹ ਕੇ ਅਸੀਂ ਮੂੰਹ ਵੱਲ ਮਹਿਸਮ ਸ਼ਰੀਫ ਕੀਤਾ। ਮਹਿਸਮ ਰੋਡ, ਜਿਹਦੇ ਸੱਜੇ ਪਾਸੇ ਬਾਮਤਾ ਤੇ ਖੱਬੇ ਪਾਸੇ ਬਾਂਠ। 2001 ਤੋਂ ਬਾਅਦ ਇਹ ਪਹਿਲੀ ਵਾਰ ਸੀ ਕਿ ਮੈਂ ਇਹਨਾਂ ਪਿੰਡਾਂ ਨੂੰ ਪਰਤਿਆ ਸੀ। ਨਮਾਸ਼ਾਂ ਵੇਲੇ ਜਦ ਅਸੀਂ ਉਹ ਸੜਕ ਤੇ ਹੋਏ ਜਿਹੜੀ ਪੀਰ ਗੋਗੜ ਸ਼ਾਹ ਦੇ ਦਰਬਾਰ ਦੇ ਨਾਲ ਖਹਿ ਕੇ ਲੰਘਦੀ ਏ ਤੇ ਅੱਗੇ ਬਾਮਤਾ ਬਾਂਠੀ ਦਾ ਸਾਂਝਾ ਕਬਰਸਤਾਨ ਸੀ। ਮੈਂ ਯਾਦਾਂ ਵਿੱਚ ਡੁੱਬਿਆ ਉੱਥੇ ਉਤਰਿਆ ਤੇ ਪਰਵੇਜ਼ ਮੈਨੂੰ ਕੁਝ ਵਕਤ ਇਕੱਲੇ ਦੇਣ ਲਈ ਗੱਡੀ ਅੱਗੇ ਲੈ ਗਿਆ। ਬੜਾ ਕੁਝ ਬਦਲ ਗਿਆ ਸੀ। ਜਿਉਂਦਿਆਂ ਵਾਂਗ ਮੋਇਆਂ ਦਾ ਕਬਰਸਤਾਨ ਵੀ ਬਦਲ ਗਿਆ ਸੀ ਕਿ ਅੱਗੇ ਨਾਲੋਂ ਵੱਧ ਆਬਾਦ ਸੀ। ਜਿੱਥੇ ਗਏ ਵਰਿਆਂ ਦੀ ਇੱਕ ਕੱਲਮ ਕੱਲੀ ਕਬਰ ਸੀ, ਉੱਥੇ ਕਈ ਨਵੀਆਂ ਢੇਰੀਆਂ ਬਣ ਗਈਆਂ ਸਨ। ਬਾਂਠੀ ਦੀ ਨੂਰਾਂ ਦੇ ਕਤਬੇ ਉੱਤੇ ਲਿਖਿਆ ਸਰਨਾਮਾ ਵੀ ਯਾਦ ਨਹੀਂ ਸੀ। ਮੈਂ ਯਾਦਦਾਸ਼ਤ ਦੀਆਂ ਬੰਦ ਗਲੀਆਂ ਟੋਲਦਾ ਸੱਜੇ ਖੱਬੇ ਵੇਖਦਾ ਸੀ ਕਿ ਉਹੀ ਗਏ ਵਰਿਆਂ ਦਾ ਜਾਣ ਸੁਣਜਾਣ ਵਾਲਾ ਕਤਬਾ ਨਜ਼ਰ ਪਿਆ ਤੇ ਉਹਦੇ ਉੱਤੇ ਲਿਖਿਆ ਗੁੰਮਸ਼ੁਦਾ ਨਾਮ ਵੀ। ਕਈ ਵਰਿਆਂ ਪਹਿਲੇ ਜਦ ਮੈਂ ਇੱਕ ਦੁਆ ਉਧਾਰੀ ਲੈ ਕੇ ਇੱਥੋਂ ਟੁਰ ਗਿਆ ਸੀ ਤੇ ਸਵੇਰ ਦਾ ਹਨੇਰਾ ਸੀ। ਉਹ ਦੁਆ ਪਰਤਾਵਨ ਜਦ ਮੈਂ 23 ਵਰਿਆਂ ਮਗਰੋਂ ਬਾਂਠੀ ਅਪੜਿਆ ਤੇ ਸ਼ਾਮਾਂ ਪੈ ਗਈਆਂ ਸਨ। ਦੂਰ ਉਸ ਵਾਦੀ ਵਿੱਚ ਉਹ ਟਿੱਬਿਆਂ ਤੋਂ ਪਾਰ, ਨਾਲ ਮੇਰੇ ਜੇ ਕੋਈ ਅੱਜ ਵੀ ਚਲੇ, ਲੁੜਛੇ ਪਈ ਅੱਜ ਤੀਕ ਵੀ ਨੂਰਾਂ ਦੀ ਰੂਹ, ਉਦਾਂ ਹੀ ਅੱਜ ਤੀਕ ਉਹ ਦੀਵਾ ਬਲੇ।